Hello, dear students. I am Chika Arora, lecturer in English at Government Senior Secondary Smart School, Sekha. Today, I am going to teach you how to write a formal letter. For that, I would like to tell you, first of all, what a letter is. A letter is a written, typed, or printed communication sent by post or messenger. So, here what we are learning that letter is a means of communication. Communicate ਕਰਨ ਦੇ ਕੰਮ ਆਂਦੀ ਹੈ तो it means कि ਇਹ ਸਾਡੇ ਵਾਸਤੇ ਬਹੁਤ ਜ਼ਿਆਦਾ important ਹੈ ਕਿਉਂ ਕਿਉਂ important ਹੈ ਆਪਣੇ ਵਾਸਤੇ ਇੱਕ ਲੈਟਰ ਕਿਉਂਕਿ ਬੇਟਾ ਜਦੋਂ ਤੁਸੀਂ ਸਕੂਲ ਦੇ ਵਿੱਚ ਹੁੰਨੇ ਹੋ ਜਾਂ during your studies at school or college ਤਾਂ ਤੁਸੀਂ ਆਪਣੇ ਟੀਚਰਸ ਨੂੰ ਜਾਂ ਆਪਣੇ ਪ੍ਰਿੰਸੀਪਲ ਨੂੰ ਕੋਈ ਗੱਲ ਕਹਿਣੀ ਹੁੰਦੀ ਕੋਈ ਰਿਕੁਐਸਟ ਕਰਨੀ ਹੁੰਦੀ ਹੈ ਜਾਂ ਕਿਸੇ ਗੱਲ ਦੀ ਪਰਮਿਸ਼ਨ ਲੈਣੀ ਹੁੰਦੀ ਹੈ ਤਾਂ ਤੁਸੀਂ ਉਹਨਾਂ ਨੂੰ ਇੱਕ ਲੈਟਰ ਲਿਖਦੇ ਹੋ ਜਿਹੜੀ ਕਿ ਫਾਰਮਲ ਲੈਟਰ ਹੁੰਦੀ ਹੈ ਤੁਸੀਂ ਆਪਣੇ ਫਰੈਂਡਸ ਨੂੰ ਲੈਟਰਸ ਲਿਖ ਸਕਦੇ ਹੋ ਜਿਹੜੀ ਕਿ ਇਨਫਾਰਮਲ ਲੈਟਰਸ ਹੁੰਦੀਆਂ ਨੇ ਔਰ ਤੁਸੀਂ ਆਪਣੇ ਰਿਲੇਟਿਵਸ ਨੂੰ ਲੈਟਰਸ ਲਿਖ ਕੇ ਉਹਨਾਂ ਨਾਲ ਕਮਿਊਨੀਕੇਟ ਕਰ ਸਕਦੇ ਹੋ ਤਾਂ ਇਟ ਹੈਜ਼ lot of importance ਔਰ ਇਹਦੇ ਨਾਲ ਜਦੋਂ ਤੁਸੀਂ ਆਪਣੀ ਸਟੱਡੀਜ਼ ਦੇ ਕੰਪਲੀਟ ਕਰ ਲੈਂਦੇ ਹੋ ਔਰ ਉਸ ਤੋਂ ਬਾਅਦ ਜੌਬ ਲੱਭਣੀ ਹੈ ਜਾਂ ਕੁਝ ਵੀ ਤੁਸੀਂ ਕਿਸੇ ਫਾਰਮਲੀ ਕਿਸੇ ਦੇ ਨਾਲ ਗੱਲ ਕਰਨੀ ਹੈ ਲਾਈਕ ਕਿਸੇ ਆਫਿਸਰ ਤੋਂ ਤੁਸੀਂ ਕੋਈ ਪਰਮਿਸ਼ਨ ਲੈਣੀ ਹੈ ਤਾਂ ਅਗੇਨ ਯੂ ਨੀਡ ਟੂ ਨੋ ਹਾਊ ਟੂ ਰਾਈਟ ਅ ਲੈਟਰ ਹੁਣ ਮੇਰੀਆਂ ਇੰਨੀਆਂ ਗੱਲਾਂ ਦੇ ਨਾਲ ਤੁਹਾਨੂੰ ਇੱਕ ਗੱਲ ਤਾਂ ਪਤਾ ਲੱਗ ਗਈ ਹੋਣੀ ਹੈ ਕਿ ਲੈਟਰ ਜਿਹੜੀ ਆ ਉਹ ਸਿੰਗਲ ਟਾਈਪ ਦੀ ਨਹੀਂ ਹੁੰਦੀ ਲੈਟਰ ਜਿਹੜੀ ਆ ਦੋ ਤਰ੍ਹਾਂ ਦੀ ਹੁੰਦੀ ਹੈ so we can broadly classify letters as below and what are the classifications the classifications are formal letters and informal letters so ਦੋ ਕਲਾਸੀਫਿਕੇਸ਼ਨਸ ਆ ਗਈਆਂ ਆਪਣੇ ਕੋਲੇ ਲੈਟਰਸ ਦੀਆਂ ਫਾਰਮਲ ਤੇ ਇਨਫਾਰਮਲ ਫਾਰਮਲ ਲੈਟਰਸ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਥੋੜਾ ਜਿਹਾ ਪਹਿਲਾਂ ਦੱਸ ਦਿੱਤਾ ਹੈ ਕਿ ਇਹ ਬਿਜ਼ਨਸ ਲੈਟਰਸ ਹੁੰਦੀਆਂ ਨੇ ਜਾਂ ਆਫੀਸ਼ੀਅਲ ਲੈਟਰਸ ਹੁੰਦੀਆਂ ਨੇ ਕੋਈ ਸਰਕੂਲਰਸ ਹੋ ਸਕਦੇ ਨੇ ਕਿਸੇ ਤਰ੍ਹਾਂ ਦੇ ਆਰਡਰਸ ਹੋ ਸਕਦੇ ਨੇ ਪਬਲਿਕ ਇੰਟਰਸਟ ਦੀਆਂ ਕੋਈ ਲੈਟਰਸ ਹੋ ਸਕਦੀਆਂ ਕੋਈ ਇਨਕੁਆਇਰੀਜ਼ ਹੋ ਸਕਦੀਆਂ ਜਾਂ ਲੈਟਰ ਟੂ ਐਡੀਟਰ ਹੋ ਸਕਦੀਆਂ ਨੇ ਜਿਹੜੇ ਕਿ ਇੱਕ ਐਗਜ਼ਾਮਪਲ ਅੱਜ ਆਪਾਂ ਫਾਰਮਲ ਲੈਟਰ ਦੀ ਕਰਨ ਜਾ ਰਹੇ ਹਾਂ ਔਰ ਇਨਫਾਰਮਲ ਲੈਟਰਸ ਇਹ ਤੁਹਾਡੀਆਂ ਪਰਸਨਲ ਲੈਟਰਸ ਹੁੰਦੀਆਂ ਜਿਹੜੀਆਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਤੁਸੀਂ ਆਪਣੇ ਫਰੈਂਡਸ ਨੂੰ ਆਪਣੇ ਰਿਲੇਟਿਵਸ ਨੂੰ ਲਿਖ ਸਕਦੇ ਹੋ ਆਪਣੇ ਕਿਸੇ ਵੀ ਤਰ੍ਹਾਂ ਦੀ ਕਮਿਊਨੀਕੇਸ਼ਨ ਵਾਸਤੇ ਜਿਸ ਤਰ੍ਹਾਂ ਫਰੈਂਡ ਨੂੰ ਬੁਲਾਉਣਾ ਹੈ ਕਿ ਸਮਰ ਵੇਕੇਸ਼ਨਸ ਤੂੰ ਮੇਰੇ ਨਾਲ ਸਪੈਂਡ ਕਰ ਲੈ ਠੀਕ ਹੈ ਜਾਂ ਆਪਣੇ ਅੰਕਲ ਨੂੰ ਆਪਾਂ ਮੋਸਟਲੀ ਜਿਹੜੇ ਸਿਲੇਬਸ ਦੇ ਵਿੱਚ ਵੀ ਆਪਾਂ ਕਰਦੇ ਹਾਂ ਕਿ ਗਿਫਟ ਵਾਸਤੇ ਅਸੀਂ ਥੈਂਕਸ ਕਰ ਰਹੇ ਹਾਂ ਤਾਂ these are the examples of informal letters but today strictly we are going to learn formal letters ਹੁਣ ਫਾਰਮਲ ਲੈਟਰ ਜਿਹੜੀ ਹੁੰਦੀ ਹੈ ਉਹ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਅੱਜਕੱਲ ਜਿਹੜਾ ਲੈਟਰ ਲਿਖਣ ਦਾ ਫਾਰਮੈਟ ਫੋਲੋ ਹੋ ਰਿਹਾ that is left hand format ਔਰ ਉਹ ਲੈਫਟ ਹੈਂਡ ਫਾਰਮੈਟ ਤੁਸੀਂ ਪ੍ਰੋਪਰ ਲਿਖਣਾ ਹੈ ਲੈਫਟ ਹੈਂਡ ਫਾਰਮੈਟ ਦਾ ਮਤਲਬ ਹੈ ਕਿ ਲੈਫਟ ਹੈਂਡ ਤੋਂ ਆਪਾਂ ਲਿਖਣਾ ਸਟਾਰਟ ਕਰਨਾ ਹੈ ਆਪਾਂ ਹੁਣ ਇੱਕ ਐਗਜ਼ਾਮਪਲ ਲਵਾਂਗੇ ਔਰ ਉਹਦੇ ਨਾਲ ਆਪਾਂ ਲੈਟਰ ਲਿਖਣਾ ਲਰਨ ਕਰਾਂਗੇ ਕਿ ਕਿਸ ਤਰ੍ਹਾਂ ਲਿਖੀ ਦੀ ਹੈ ਹੁਣ ਇੱਥੇ we need to play with our creativity ਕਿਉਂਕਿ ਜਿੰਨਾ ਬੇਟਾ ਤੁਸੀਂ ਕ੍ਰੀਏਟਿਵ ਹੋਵੋਗੇ ਉਨਾ ਹੀ ਤੁਹਾਡੀ ਜਿਹੜੀ ਮਿਹਨਤ ਹੈ ਉਹ ਘੱਟ ਲੱਗੇਗੀ means to say ਕਿ ਅਗਰ ਤੁਸੀਂ ਆਪਣੇ ਦਿਮਾਗ ਦੇ ਨਾਲ ਕੰਮ ਲੈ ਰਹੇ ਹੋ ਤੁਸੀਂ ਆਪਣੇ ਕ੍ਰੀਏਟੀਵਿਟੀ ਵਾਲੇ ਜਿਹੜੇ ਸਕਿੱਲਸ ਨੂੰ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਕਿਤੇ ਵੀ ਇਹ ਨਹੀਂ ਰੱਟਣਾ ਪੈਣਾ ਕਿ ਹਾਂਜੀ ਮੈਂ ਲੈਟਰ ਲਿਖਣੀ ਹੈ ਮੈਂ ਪ੍ਰਿੰਸੀਪਲ ਨੂੰ ਲੈਟਰ ਲਿਖਣੀ ਹੈ ਜਾਂ ਮੈਂ ਐਡੀਟਰ ਨੂੰ ਲੈਟਰ ਲਿਖਣੀ ਮੈਂ ਆਹ ਲਾਈਨਾਂ ਲਿਖਣੀਆਂ ਨੇ ਮੈਂ ਇਸ ਤਰ੍ਹਾਂ ਯਾਦ ਕਰਨਾ ਨੋ ਤੁਸੀਂ ਕੀ ਕਰੋਗੇ ਤੁਹਾਡੇ ਕੋਲ ਇੱਕ ਸਟੇਟਮੈਂਟ ਦਿੱਤੀ ਹੁੰਦੀ ਹੈ ਲਾਈਕ this is your statement ਦੇ ਵਿੱਚ ਕੀ ਹੈਗਾ suppose you are Shiva you are Shiva so ਇੱਥੇ ਤੁਹਾਨੂੰ ਇੱਕ ਨਾਮ ਦੇ ਦਿੱਤਾ ਗਿਆ ਜਿਹੜਾ ਸੈਂਡਰ ਹੈ ਜਿਹੜਾ ਰਾਈਟ ਕਰ ਰਿਹਾ ਇਸ ਲੈਟਰ ਨੂੰ ਉਹ ਸ਼ਿਵਾ ਹੈ ਠੀਕ ਹੈ then ਸ਼ਿਵਾ ਦਾ ਐਡਰੈਸ ਦੇਤਾ ਸ਼ਿਵਾ ਦਾ ਐਡਰੈਸ ਕੀ ਹੈਗਾ ਕਿ you live at house number 1010 model town ਬਠਿੰਡਾ ਤਾਂ ਇੰਨੀ ਗੱਲ ਉਹਨੇ ਤੁਹਾਨੂੰ ਦੱਸਦੀ
ਉਹਨੇ ਤੁਹਾਨੂੰ ਦੋ ਚੀਜ਼ਾਂ ਦੇਤੀਆਂ ਜਿਸਨੇ ਤੁਹਾਨੂੰ ਮਾਰਕਸ ਵੀ ਦਿਲਾਣੇ ਔਰ ਜਿੱਥੋਂ ਤੁਸੀਂ ਆਪਣਾ ਦਿਮਾਗ ਚਲਾਣਾ ਸ਼ੁਰੂ ਕਰਨਾ ਹੈ ਕਿ ਤੁਸੀਂ ਸ਼ਿਵਾ ਹੋ ਹੁਣ ਔਰ ਤੁਹਾਡਾ ਇਹ ਐਡਰੈਸ ਆ ਗਿਆ। ਨੈਕਸਟ ਉਹਨੇ ਤੁਹਾਨੂੰ ਟਾਸਕ ਕੀ ਦਿੱਤਾ ਹੈ ਕਿ ਰਾਈਟ ਅ ਲੈਟਰ ਟੂ ਐਡੀਟਰ of a newspaper। ਤੁਹਾਨੂੰ ਕੋਈ ਨਿਊਜ਼ਪੇਪਰ ਉਹਨੇ ਸਪੈਸੀਫਾਈ ਨਹੀਂ ਕੀਤਾ, ਤੁਸੀਂ ਇੱਕ ਨਿਊਜ਼ਪੇਪਰ ਕਿਸੇ ਦੇ ਵੀ ਐਡੀਟਰ ਨੂੰ ਲੈਟਰ ਲਿਖਣੀ ਹੈ ਔਰ ਦੱਸਣਾ ਕਿ ਉਹਦੇ ਵਿੱਚ ਹਾਈਲਾਈਟ ਕੀ ਕਰਨਾ ਹੈ, the evils of begging on the streets in your city। ਇਹ ਤੁਸੀਂ ਉੱਥੇ ਹਾਈਲਾਈਟ ਕਰਨਾ ਹੈ, ਠੀਕ ਹੈ। ਤਾਂ ਇੰਨੀ ਗੱਲ ਆਪਾਂ ਨੂੰ ਉਹਨੇ ਦੱਸਤਾ ਕਿ ਆਪਾਂ ਜਿਹੜੀ ਲੈਟਰ ਲਿਖਣ ਜਾ ਰਹੇ ਹਾਂ ਉਹਦਾ ਆਪਣਾ ਕੀ ਕੋਰਸ ਰਹੇਗਾ। there you are writing the letter as Shiva and he has given you some address where you are living as Shiva and then ਉਹਨੇ ਕਹਿਤਾ ਕਿ ਤੁਸੀਂ ਐਡੀਟਰ ਨੂੰ ਲੈਟਰ ਲਿਖੋ ਕਾਦੇ ਬਾਰੇ, evils of begging on the street in your city। ਹੁਣ ਇਹ ਇੰਨਾ ਕੁ ਜ਼ਿਆਦਾ ਇਸ ਸਟੇਟਮੈਂਟ ਨੇ ਤੁਹਾਨੂੰ ਆਸਾਨ ਕਰਤਾ ਤੁਹਾਡਾ ਕੰਮ ਔਰ ਤੁਹਾਨੂੰ ਇੱਕ ਡਾਇਰੈਕਸ਼ਨ ਦਿੱਤੀ। ਕੀ ਦਿੱਤਾ ਹੈ ਉਹਨਾਂ ਨੇ ਤੁਹਾਨੂੰ, ਬੇਟੇ ਜਿਹੜਾ ਐਡਰੈਸ ਉਹਨੇ ਤੁਹਾਨੂੰ ਦਿੱਤਾ ਉਹ ਹੈਗਾ ਸੈਂਡਰਸ ਐਡਰੈਸ। ਸਭ ਤੋਂ ਪਹਿਲਾਂ ਤੁਸੀਂ ਉਹੀ ਲਿਖ ਦੇਣਾ ਹੈ ਔਰ ਇੱਕ ਚੀਜ਼ ਨੋਟਿਸ ਕਰੋ ਕਿ ਜਿਹੜਾ ਤੁਹਾਡਾ ਸੈਂਡਰਸ ਐਡਰੈਸ ਹੈਗਾ ਵੈ ਉਹ ਐਡਰੈਸ ਜਿਹੜਾ ਲੈਫਟ ਹੈਂਡ ਤੋਂ ਸਟਾਰਟ ਹੋ ਰਿਹਾ ਹੈ। ਕੋਈ ਵੀ ਪੰਕਚੁਏਸ਼ਨ ਮਾਰਕਸ ਜਿਹੜੇ ਆ ਉਹ ਐਂਡ ਆਫ ਦ ਲਾਈਨ ਤੇ ਨਹੀਂ ਲੱਗਦੇ in left hand format, ठीक है। उस तो बाद देखो एड्रेस तो बाद ਤੁਹਾਡੀ ਆ ਰਹੀ ਹੈਗੀ ਹੈ डेट ਦੇ ਵਿੱਚ ਜਿਵੇਂ ਹੁਣ ਅਗਸਤ ਚੱਲ ਰਿਹਾ ਫਿਲਹਾਲ ਤਾਂ ਤੁਸੀਂ ਅਗਸਤ ਲਿਖੋਗੇ, ਅਗਸਤ ਸੇ ਅਗਸਤ 15 2020। ਇੱਥੋਂ ਤੱਕ ਤੁਹਾਡਾ ਜਿਹੜਾ ਇੱਕ ਪਾਰਟ ਜਿਹੜਾ ਲੈਟਰ ਦਾ ਉਹ ਕਵਰ ਹੋ ਗਿਆ ਕਿ ਤੁਸੀਂ ਸੈਂਡਰਸ ਐਡਰੈਸ ਲਿਖਤਾ। ਹਮੇਸ਼ਾ ਤੁਹਾਡੀ ਲੈਟਰ ਜਿਹੜੀ ਹੈ ਫਾਰਮਲ ਲੈਟਰ ਉਹ ਸੈਂਡਰਸ ਐਡਰੈਸ ਤੋਂ ਹੀ ਸਟਾਰਟ ਹੋਏਗੀ। ਫਿਰ ਤੁਸੀਂ ਇਹਦੇ ਵਿੱਚ ਇੱਕ ਲਾਈਨ ਦਾ ਗੈਪ ਦੇ ਦੇਣਾ। ਉਸ ਤੋਂ ਬਾਅਦ ਤੁਹਾਨੂੰ ਉਹਨੇ ਪਹਿਲਾਂ ਹੀ ਦੱਸ ਚੁੱਕਿਆ ਹੋ ਕਿ ਤੁਸੀਂ ਐਡੀਟਰ ਨੂੰ ਲੈਟਰ ਲਿਖਣੀ ਹੈ। ਐਡੀਟਰ ਕਿਸੇ ਨਿਊਜ਼ਪੇਪਰ ਦੇ, ਤਾਂ ਆਪਾਂ ਇੱਥੇ ਕੀ ਕੀਤਾ ਦ ਐਡੀਟਰ, ਠੀਕ ਹੈ। ਫਿਰ ਆਪਾਂ ਕਿਹਦੇ ਐਡੀਟਰ ਨੂੰ ਲਿਖਣ ਲੱਗ ਗਏ, ਆਪਾਂ ਲਿਖਣ ਲੱਗ ਗਏ ਦ ਟ੍ਰਿਬਿਊਨ ਦੇ। ਇੱਕ ਨਿਊਜ਼ਪੇਪਰ ਦ ਟ੍ਰਿਬਿਊਨ ਹੈ ਉਹਦੇ ਆਪਾਂ ਐਡੀਟਰ ਨੂੰ ਹੁਣ ਲੈਟਰ ਲਿਖਣ ਲੱਗ ਗਏ ਔਰ ਉਹਨਾਂ ਦਾ ਹੈੱਡ ਆਫਿਸ ਕਿੱਥੇ ਹੈ, ਉਹਨਾਂ ਦਾ ਹੈੱਡ ਆਫਿਸ ਹੈਗਾ ਚੰਡੀਗੜ੍ਹ ਦੇ ਵਿੱਚ, ਠੀਕ ਹੈ। ਤਾਂ ਇੱਥੋਂ ਤੱਕ ਤੁਹਾਡੇ ਜਿਹੜੇ ਹੈ ਤੁਹਾਡਾ ਐਡਰੈਸ ਹੋ ਗਿਆ ਸੈਂਡਰਸ ਐਡਰੈਸ, ਜਿਹਨੂੰ ਤੁਸੀਂ ਲੈਟਰ ਲਿਖਣੀ ਹੈ, ਜਿਹਨੂੰ ਤੁਸੀਂ ਐਡਰੈਸ ਕਰ ਰਹੇ ਹੋ। ਇੱਥੇ ਐਡਰੈਸ ਦਾ ਮਤਲਬ ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਉਹਦਾ ਐਡਰੈਸ ਇੱਥੇ ਲਿਖਣਾ। ਹੁਣ ਇੱਥੋਂ ਤੱਕ ਤੁਸੀਂ ਕੁਝ ਵੀ ਲਿਟਰਲੀ ਆਪਣੇ ਕੋਲੋਂ ਨਹੀਂ ਲਿਖਿਆ, ਤੁਸੀਂ ਜੋ ਵੀ ਇੱਥੇ ਲਿਖਿਆ ਜਿੰਨੇ ਨੰਬਰ ਤੁਸੀਂ ਇੱਥੋਂ ਲੈਣੇ ਉਹ ਸਾਰੇ ਦੇ ਸਾਰੇ ਤੁਹਾਨੂੰ ਸਟੇਟਮੈਂਟ ਦੇ ਵਿੱਚ ਦਿੱਤੇ ਹੋਏ ਨੇ। ਨੈਕਸਟ ਜਿਹੜੀ ਚੀਜ਼ ਆ ਗਈ ਤੁਹਾਡੀ ਉਹ ਤੁਹਾਡਾ ਆ ਗਿਆ ਕਿ ਜੇ ਤੁਸੀਂ ਕਿਸੇ ਨੂੰ ਵੀ ਕੋਈ ਵੀ ਲੈਟਰ ਲਿਖ ਰਹੇ ਹੋ ਯੂ ਨੀਡ ਟੂ ਟੈਲ ਕਿ ਇਹ ਲੈਟਰ ਹੈ ਕਾਦੇ ਬਾਰੇ, ਮੀਨਸ ਟੂ ਸੇ ਕਿ ਤੁਸੀਂ ਉਹਨਾਂ ਨੂੰ ਹੁਣ ਇੱਕ ਸਬਜੈਕਟ ਦੇਣਾ ਹੈ ਕਿ ਮੇਰਾ ਜਿਹੜਾ ਸਬਜੈਕਟ ਹੈ ਲੈਟਰ ਦਾ ਉਹ ਕੀ ਹੈ, ਉਹ ਵੀ ਤੁਹਾਡਾ ਆਲਰੇਡੀ ਸਟੇਟਮੈਂਟ 'ਚ ਦਿੱਤਾ ਹੋਇਆ ਹੈ, ਦੈਟ ਇਜ਼ ਦ ਈਵਿਲ ਆਫ ਬੈਗਿੰਗ। ਬੁਰਾਈਆਂ ਦੱਸਣੀਆਂ ਭੀਖ ਮੰਗਣ ਦੀਆਂ, ਜਿਹੜੇ ਭੀਖ ਮੰਗਦੇ ਆ ਉਹਨਾਂ ਬਾਰੇ ਵੀ ਕੀ ਬੁਰਾਈ ਹੈਗੀ ਹੈ, ਇਸ ਚੀਜ਼ ਨੂੰ ਤੁਸੀਂ ਆਪਣੀ ਲੈਟਰ ਦੇ ਵਿੱਚ ਹਾਈਲਾਈਟ ਕਰਨਾ ਹੈ, ਠੀਕ ਹੈ। ਔਰ ਆਪਾਂ ਕਿਸੇ ਨਾਲ ਵੀ ਗੱਲ ਕਰਨ ਤੋਂ ਪਹਿਲਾਂ ਉਹਨਾਂ ਨੂੰ ਜਿਸ ਤਰ੍ਹਾਂ ਕਹਿੰਦੇ ਕਿ ਸੰਬੋਧਨ ਕਰਦੇ ਉਹਨਾਂ ਨੂੰ ਬੁਲਾਉਂਦੇ ਆ ਤਾਂ ਆਪਾਂ ਬੁਲਾਣਾ ਕਿਵੇਂ ਹੈਗਾ ਸਰ, ਠੀਕ ਹੈ। ਇੱਥੋਂ ਤੱਕ ਸਾਰਾ ਕਲੀਅਰ ਹੋ ਗਿਆ। तो do we need to sum up it again? ਤਾਂ ਆਪਾਂ ਕੀ ਕੀਤਾ ਹੁਣ ਤੱਕ ਬੇਟਾ, ਤੁਹਾਨੂੰ ਜਿਹੜੀ ਸਟੇਟਮੈਂਟ ਦਿੱਤੀ ਹੋਈ ਸੀ ਉਸੇ ਸਟੇਟਮੈਂਟ ਦੇ ਵਿੱਚੋਂ ਆਪਾਂ ਆਪਣੀ ਫਰਸਟ ਸਲਾਈਡ ਸਾਰੀ ਦੀ ਸਾਰੀ, ਯਾਨੀ ਕਿ ਜਿੰਨੇ ਨੰਬਰ ਆਪਾਂ ਇੱਥੋਂ ਲੈਣੇ ਆ ਪੇਪਰ ਦੇ ਵਿੱਚ ਉਹ ਤੁਹਾਡੇ ਫ੍ਰੀ ਦੇ ਨੰਬਰ। ਸੈਕੰਡਲੀ ਸਾਰੀ ਉਮਰ ਵਾਸਤੇ ਆਪਣੇ ਵਿੱਚ ਇੱਕ ਸਕਿੱਲ ਆ ਗਿਆ ਲੈਟਰ ਰਾਈਟਿੰਗ ਦਾ, ਤਾਂ ਉਹ ਆਪਾਂ ਇੱਥੇ ਲਰਨ ਕਰ ਰਹੇ ਹਾਂ ਬੜੇ ਹੀ ਆਸਾਨੀ ਨਾਲ। ਕਰ ਕਿਵੇਂ ਰਹੇ ਹਾਂ ਕਿ ਕੁਝ ਵੀ ਕ੍ਰੈਮ ਨਹੀਂ ਕਰ ਰਹੇ, ਆਪਾਂ ਸਾਰਾ ਕੁਝ ਸਟੇਟਮੈਂਟ ਦੇ ਵਿੱਚੋਂ ਕੱਢ ਰਹੇ ਹਾਂ। ਆਪਾਂ ਪਹਿਲਾਂ ਸੈਂਡਰਸ ਐਡਰੈਸ ਦਿੱਤਾ, ਫਿਰ ਆਪਾਂ ਜਿਹਦੇ ਨਾਲ ਗੱਲ ਕਰਨੀ ਹੈ ਉਹਦਾ ਐਡਰੈਸ ਲਿਖਤਾ, ਫਿਰ ਆਪਾਂ ਕੀ ਗੱਲ ਕਰਨੀ ਹੈ ਉਹਦਾ ਸਬਜੈਕਟ ਜਿਹੜਾ ਗੱਲ ਦਾ ਉਹਦੇ ਬਾਰੇ ਆਪਾਂ ਉਸ ਚੀਜ਼ ਨੂੰ ਹਾਈਲਾਈਟ ਕਰਤਾ। ਦੈਨ ਹੁਣ ਆਪਾਂ ਆਪਣੀ ਗੱਲ ਸ਼ੁਰੂ ਕਰਨ ਜਾ ਰਹੇ ਹਾਂ, ਰਾਈਟ। ਚਲੋ ਹੁਣ ਆਪਣੀ ਆ ਗਈ ਨੈਕਸਟ ਸਲਾਈਡ। ਤੇ ਨੈਕਸਟ ਸਲਾਈਡ ਦੇ ਵਿੱਚ ਕੀ ਕਰ ਰਹੇ ਹਾਂ ਆਪਾਂ ਕਰ ਰਹੇ ਹਾਂ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀਗੀ
एडिटर ਨੂੰ ਆਪਾਂ ਲੈਟਰ ਲਿਖ ਰਹੇ ਹਾਂ ਐਡੀਟਰ ਨੂੰ ਆਪਾਂ ਕਿਹਾ ਸਰ ਕੀ ਕਹਿਣਾ ਚਾਹ ਰਹੇ ਹਾਂ ਕਿ through the columns of your esteemed newspaper I would like to draw the attention of general public and civil authorities towards the menace of street begging ਦੀਆਂ ਜਿਹੜੀਆਂ ਬੁਰਾਈਆਂ ਦੇ ਬਾਰੇ ਮੈਂ ਤੁਹਾਡਾ ਤੇ ਜਨਰਲ ਪਬਲਿਕ ਦਾ ਤੇ ਸਿਵਲ ਅਥਾਰਟੀਜ਼ ਦਾ ਧਿਆਨ ਲਿਜਾਣਾ ਚਾਹੁੰਦਾ on our city roads and in public places ਠੀਕ ਹੈ ਤੇ ਇੱਥੋਂ ਤੱਕ ਆਪਾਂ ਗੱਲ ਅੱਛਾ ਇਹ ਵੀ ਗੱਲ ਕੋਈ ਆਪਾਂ ਆਪਣੇ ਕੋਲੋਂ ਨਹੀਂ ਲਿਖੀ ਇਹ ਵੀ ਗੱਲ ਉਹਨੇ ਆਪਾਂ ਨੂੰ ਕਹੀ ਹੈ ਕਿ ਤੁਸੀਂ ਇਹ ਗੱਲ ਕਰਨੀ ਹੈ ਤੁਹਾਨੂੰ ਸਟੇਟਮੈਂਟ ਦੇਤੀ ਆਪਾਂ ਸਟੇਟਮੈਂਟ ਇੱਕ ਵਾਰੀ ਧਿਆਨ ਨਾਲ ਪੜ੍ਹ ਲਈ ਤਾਂ ਉੱਥੋਂ ਸਾਰੀ ਦੀ ਸਾਰੀ ਲੈਟਰ ਆਪਣੇ ਆਪ ਲਿਖੀ ਜਾਣੀ ਹੈ ਰਾਈਟ ਹੁਣ ਆਪਾਂ ਕੀ ਕਰ ਰਹੇ ਹਾਂ ਕਿ I must highlight the fact ਮੈਂ ਇਸ ਗੱਲ ਨੂੰ ਦਿਖਾਣਾ ਚਾਹੁੰਦਾ ਤੁਹਾਡਾ ਧਿਆਨ ਲਿਜਾਣਾ ਚਾਹੁੰਦਾ that there is hardly a road or a crossing in the city where a traveler or a city goer doesn't come across a beggar मतलब beggars ਹੀ beggars ਭਰੇ ਪਏ ਨੇ ਤਾਂ ਆਪਣੀ ਦੇਖੋ ਜਦੋਂ ਬੇਟੇ ਕਿਸੇ ਦਾ ਵੀ ਧਿਆਨ ਕਿਸੇ ਗੱਲ ਵੱਲ ਲਿਜਾਣਾ ਹੁੰਦਾ ਤਾਂ ਆਪਣੀ ਜਿਹੜੀ wording ਹੈ ਸੈਂਟੈਂਸ ਜਿਹੜੇ ਆਪਾਂ ਬਣਾਣੇ ਆ ਉੱਥੇ ਉਹਨਾਂ ਦੇ ਜਿਹੜੇ ਵਰਡਸ ਨੇ ਉਹ ਅਟਰੈਕਟਿਵ ਔਰ ਅਟੈਂਸ਼ਨ ਆਪਣੇ ਵੱਲ ਲਿਜਾਣ ਵਾਲੇ ਹੋਣੇ ਚਾਹੀਦੇ ਹੈ ਬਟ ਇਹਦੇ ਨਾਲ ਨਾਲ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਣੀ ਲੈਂਗੁਏਜ ਸਿੰਪਲ ਰੱਖੋ ਕੰਪਲੈਕਸ ਨਾ ਹੋਵੇ ਗੱਲ ਤੁਹਾਡੀ ਬਿਲਕੁਲ ਕਲੀਅਰ ਹੋਵੇ ਇੰਪ੍ਰੈਸਿਵ ਹੋਵੇ ਔਰ ਕਲੀਅਰ ਹੋਵੇ ਤਾਂ ਹੁਣ ਆਪਾਂ ਇੱਥੇ ਆਪਣੇ ਵਿਚਾਰ ਰੱਖ ਰਹੇ ਹਾਂ ਕਿ begging presents a pathetic sight of society it is a big nuisance irritating ਹੋ ਜਾਂਦਾ ਹੈ ਸਾਰਾ ਕੁਝ it has become an easy profession and the professionals are apt in acting ਉਹਨਾਂ ਦੇ ਕਿਉਂਕਿ ਜਿਹੜੇ ਬੈਗਰਸ ਹੁੰਦੇ ਨੇ ਉਹ ਪੂਰੇ ਟ੍ਰੇਨਡ ਹੁੰਦੇ ਨੇ ਇਸ ਗੱਲ ਦੇ ਵਿੱਚ ਕਿ ਸਾਹਮਣੇ ਵਾਲੇ ਨੂੰ ਕਿਸ ਤਰ੍ਹਾਂ ਇਮੋਸ਼ਨਲੀ ਤਿਆਰ ਕੀਤਾ ਜਾ ਸਕਦਾ ਹੈ ਪੈਸੇ ਦੇਣ ਵਾਸਤੇ ਠੀਕ ਹੈ ਤਾਂ ਮੋਸਟ ਆਫ ਦ ਬੈਗਰਸ ਆਰ ਫਿਜ਼ੀਕਲੀ ਹੈਲਦੀ ਮੋਸਟਲੀ ਉਹ ਫਿਜ਼ੀਕਲੀ ਹੈਲਦੀ ਹੁੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਦੇ ਆਰ ਗੁੱਡ ਇਨ ਦਾ ਆਰਟ ਆਫ ਅਰਾਊਜ਼ਿੰਗ ਇਮੋਸ਼ਨਸ ਤੁਹਾਡੇ ਇਮੋਸ਼ਨਸ ਜਗਾ ਦਿੰਦੇ ਨੇ ਤਾਂ ਕਿ ਤੁਸੀਂ ਉਹਨਾਂ ਦੀ ਮਦਦ ਕਰੋ they have specially employed themselves in tourist areas ਦੇ ਵਿੱਚ ਆਪਾਂ ਸਭ ਨੂੰ ਪਤਾ ਹੈ ਕਿ ਉਹ ਭਰੇ ਪਏ ਹੁੰਦੇ ਆ ਹੁਣ ਇੱਥੇ ਕਿਹੜੀ wording ਲਿਖੀ ਜਾ ਰਹੀ ਹੈ ਜਿਹੜੀ ਕਿ ਬੜੀ genuine ਹੈ ਔਰ ਜਿਹੜੀ ਕਿ ਆਪਣੀ normal ਲਾਈਫ ਦੇ ਵਿੱਚ ਆਪਾਂ ਦੇਖਦੇ ਹਾਂ ਕੁਝ ਵੀ ਐਸਾ ਨਹੀਂ ਹੈ ਜਿਹੜਾ normally ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਉਹਨਾਂ ਚੀਜ਼ਾਂ ਨੂੰ ਹਾਈਲਾਈਟ ਕਰ ਰਹੇ ਹਾਂ all this has brought a shame to the fair name of the country ਮਤਲਬ ਜਦੋਂ ਕੀ ਹੁੰਦਾ ਹੈ ਕਿ ਜਦੋਂ ਟੂਰਿਸਟ ਏਰੀਆ ਦੇ ਵਿੱਚ ਬੈਗਰਸ ਮਿਲਦੇ ਆ ਤਾਂ ਨੈਚੁਰਲੀ ਬਾਹਰ ਜਿਹੜੇ ਫੋਰਨਰਸ ਉੱਥੇ ਆਏ ਹੁੰਦੇ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਕੰਟਰੀ ਹੀ ਇਸ ਤਰ੍ਹਾਂ ਦੀ ਹੈ ਫੁੱਲ ਆਫ ਬੈਗਰਸ ਹੈ ਨਾ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕੰਟਰੀ ਦੇ ਨਾਮ ਨੂੰ ਖਰਾਬ ਕਰਦੀਆਂ ਨੇ then the government ਆਪਾਂ ਹੁਣ ਦੇਖੋ ਆਪਾਂ ਪ੍ਰੋਬਲਮ ਹਾਈਲਾਈਟ ਕਰਤੀ ਹੁਣ ਆਪਾਂ ਦੇਖਣਾ ਕਿ ਉਸ ਪ੍ਰੋਬਲਮ ਨੂੰ ਕਿਸ ਤਰ੍ਹਾਂ ਸੋਲਵ ਕੀਤਾ ਜਾ ਸਕਦਾ ਹੈ ਕਿਸੇ ਵੀ ਮੈਟਰ ਨੂੰ ਜਦੋਂ ਆਪਾਂ ਕਿਸੇ ਵੀ ਪ੍ਰੋਬਲਮ ਨੂੰ ਆਪਾਂ ਪ੍ਰੈਜ਼ੈਂਟ ਕਰਦੇ ਆ ਤਾਂ ਪ੍ਰੋਬਲਮ ਕੀ ਹੈ ਉਹਦੇ ਕੀ ਇਫੈਕਟਸ ਹੈ ਔਰ ਉਸ ਪ੍ਰੋਬਲਮ ਦੇ ਨੂੰ ਕਿਵੇਂ ਨਿਪਟਾਇਆ ਜਾ ਸਕਦਾ ਹੈ ਇਹ ਤਿੰਨ ਦੇ ਤਿੰਨ ਐਸਪੈਕਟ ਆਪਾਂ ਨੂੰ ਕਵਰ ਕਰਨੇ ਚਾਹੀਦੇ ਹੈ ਫॉर ਅ ਗੁੱਡ ਰਾਈਟਿੰਗ ਠੀਕ ਹੈ ਤੇ ਹੁਣ ਆਪਾਂ ਕਰ ਰਹੇ ਹਾਂ ਕਿ ਆਪਾਂ ਕੀ ਕਰ ਸਕਦੇ ਹਾਂ ਜਾਂ ਗਵਰਨਮੈਂਟ ਕੀ ਕਰ ਸਕਦੀ ਹੈ ਤਾਂ ਕੀ ਹੈ ਆਪਣੇ ਕੋਲੇ the government should create charitable homes for the genuinely needy ਜਿਹੜੇ ਕਿ ਐਕਚੁਅਲ ਦੇ ਵਿੱਚ ਜਿਹੜੇ ਬੈਗਿੰਗ ਜਿਨ੍ਹਾਂ ਨੂੰ ਮਜਬੂਰੀ ਤੇ ਕਰਨੀ ਪੈ ਰਹੀ ਹੈ ਔਰ ਹੈਂਡੀਕੈਪਡ ਬੈਗਰਸ ਉਹ ਨਹੀਂ ਜਿਹੜੇ ਕਿ ਫਿਜ਼ੀਕਲੀ ਹੈਲਦੀ ਉਹਨਾਂ ਵਾਸਤੇ ਨਹੀਂ ਜਿਹੜੇ ਐਕਚੁਅਲੀ ਬੈਗਰਸ ਹੈਗੇ ਜਿਨ੍ਹਾਂ ਨੂੰ ਮਤਲਬ ਕੋਈ ਹੋਰ ਉਹ ਕੰਮ ਕਰ ਹੀ ਨਹੀਂ ਸਕਦੇ ਉਹ ਇੰਨੇ ਕੁ ਜ਼ਿਆਦਾ ਚੈਲੰਜ ਨੇ ਫਿਜ਼ੀਕਲੀ ਉਹਨਾਂ ਵਾਸਤੇ ਗਵਰਨਮੈਂਟ ਨੂੰ ਚੈਰੀਟੇਬਲ ਹੋਮਸ ਬਣਾਉਣੇ ਚਾਹੀਦੇ ਹੈ ਅੱਛਾ ਸਿਰਫ ਗਵਰਨਮੈਂਟ ਦਾ ਕੰਮ ਨਹੀਂ ਹੈ ਆਪਾਂ ਆਪਣੇ ਤੇ ਵੀ ਕੁਝ ਰਿਸਪੌਂਸਿਬਿਲਿਟੀ ਲੈਣੀ ਹੈ ਤਾਂ ਵੀ ਐਜ਼ ਅ society should stand forth to work for the ignored sections ਜਿਨ੍ਹਾਂ ਨੂੰ ਕੋਈ ਫੈਸਿਲਿਟੀਜ਼ ਨਹੀਂ ਮਿਲ ਰਹੀ ਉਹਨਾਂ ਲੋਕਾਂ ਵਾਸਤੇ ਸਾਡੀ ਵੀ ਕੋਈ ਰਿਸਪੌਂਸਿਬਿਲਿਟੀ ਬਣਦੀ ਹੈ we should try to make them understand the value of self respect ਹੁਣ ਇੱਥੇ ਕੀ ਗੱਲ ਹੈ ਕਿ ਜਿਹੜੇ ਲੋਕ ਸੋਚ ਰਹੇ ਨੇ ਕਿ ਇਹ ਪ੍ਰੋਫੈਸ਼ਨ ਹੈ ਜਾਂ ਇਹ ਈਜ਼ੀ ਮਨੀ ਦਾ ਇੱਕ ਜ਼ਰੀਆ ਹੈ ਜਾਂ ਫਿਰ ਥੋੜਾ ਜਿਹਾ ਵੀ ਉਹਨਾਂ 'ਚ ਕੋਈ ਕੈਪੇਬਿਲਿਟੀ ਹੈਗੀ ਕੰਮ ਕਰਨ ਦੀ ਤਾਂ ਸਾਨੂੰ ਉਹਨਾਂ ਨੂੰ ਸੈਲਫ ਰਿਸਪੈਕਟ ਦੀ ਵੈਲਿਊ ਸਮਝਾਉਣੀ ਚਾਹੀਦੀ ਹੈ ਕਿ ਮੰਗ ਕੇ ਨਾ ਖਾਓ ਤੁਸੀਂ ਕਮਾ ਕੇ ਖਾਓ ਠੀਕ ਹੈ ਇੱਥੋਂ ਤੱਕ ਆਪਾਂ ਆਪਣੇ ਜਿਹੜੇ ਵਿਚਾਰ ਹੈ ਉਹ ਪੇਸ਼ ਕਰ ਰਹੇ ਹਾਂ
then some steps on the part of government and aware society can work wonders। ਜੇ ਰਲ ਮਿਲ ਕੇ ਕੰਮ ਚੱਲੇਗਾ, ਕੁਝ ਗਵਰਨਮੈਂਟ ਕਰ ਲੇ, ਕੁਝ ਸੋਸਾਇਟੀ ਕਰ ਲੇ, ਤਾਂ ਜਿਹੜਾ ਹੈ ਬਹੁਤ ਵਧੀਆ ਇਹਦੇ ਵਿੱਚ ਮਿਰੈਕਲਸ ਹੋ ਸਕਦੇ ਨੇ। this evil can easily be really be eradicated, ਦੂਰ ਕੀਤੀ ਜਾ ਸਕਦੀ ਹੈ। ਠੀਕ ਹੈ, ਇੱਥੋਂ ਤੱਕ ਹੋ ਗਿਆ ਤੁਹਾਡਾ ਉਹਦੇ ਪ੍ਰੋਬਲਮ ਕੀ ਹੈ, ਪ੍ਰੋਬਲਮ ਦੇ ਪਾਰਟਸ ਕੀ ਹੈ, ਇਫੈਕਟਸ ਕੀ ਹੈ, ਪ੍ਰੋਬਲਮ ਦੂਰ ਕਿਵੇਂ ਕੀਤੀ ਜਾ ਸਕਦੀ ਹੈ। ਤਾਂ ਆਪਣੀ ਸਾਰੀ ਲੈਟਰ ਇੱਥੇ ਪੂਰੀ ਹੋ ਗਈ। ਹੁਣ ਲੈਟਰ ਆਪਾਂ ਕੰਪਲੀਟ ਕਿਵੇਂ ਕਰਦੇ? ਜਦੋਂ ਤੁਸੀਂ ਕਿਸੇ ਨਾਲ ਗੱਲ ਕਰਨੀ ਖਤਮ ਕਰਤੀ, ਯੂ ਹੈਵਨਟ ਟੋਲਡ ਯੂਅਰ ਨੇਮ ਯੈਟ, ਤੁਸੀਂ ਦੱਸੋਗੇ ਤਾਂ ਸਹੀ ਨਾ ਕਿ ਕੌਣ ਗੱਲ ਕਰ ਰਿਹਾ ਹੈ। ਤਾਂ ਫਾਰਮਲ ਲੈਟਰ ਦੇ ਵਿੱਚ ਮੋਸਟਲੀ ਹੁੰਦਾ ਹੈ yours faithfully। ਇੱਥੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਮੈਂ ਤੁਹਾਨੂੰ ਦੁਬਾਰਾ ਦੱਸਦੀ ਹਾਂ ਕਿ ਜਿਹੜਾ yours ਦਾ y ਹੈ ਉਹ ਕੈਪੀਟਲ ਹੁੰਦਾ ਹੈ, ਬਟ ਜਿਹੜਾ faithfully ਦਾ f ਹੈ ਉਹ ਕੈਪੀਟਲ ਨਹੀਂ ਹੁੰਦਾ, ਉਹ ਸਮਾਲ ਲੈਟਰ ਚ ਹੁੰਦਾ ਹੈ। ਠੀਕ ਹੈ, and you are Shiva। ਤਾਂ ਇੱਥੇ ਆਪਣੀ ਸਾਰੀ ਦੀ ਸਾਰੀ ਗੱਲ ਕੰਪਲੀਟ ਹੋ ਗਈ। ਲੈਟਰ ਲਿਖਣਾ ਇੱਕ ਆਰਟ ਹੈ। ਲੈਟਰ ਲਿਖਣ ਦੇ ਵਿੱਚ ਕੁਝ ਵੀ ਡਿਫਿਕਲਟ ਨਹੀਂ ਹੈ, ਬੜੀ ਸਿੰਪਲ ਜਿਹੀਆਂ ਗੱਲਾਂ ਕਰਨੀਆਂ ਹੁੰਦੀਆਂ। ਆਪਦੇ ਮਨ ਦੇ ਵਿੱਚ ਜੋ ਤੁਹਾਡੇ ਗੱਲਾਂ ਆ ਰਹੀਆਂ ਨੇ ਉਹ ਨਾਰਮਲ ਆਪਾਂ ਇੱਕ ਸਿੰਪਲ ਲੈਂਗੁਏਜ ਦੇ ਵਿੱਚ ਲਿਖਣਾ ਹੈ, ਕੋਈ ਕੰਪਲੈਕਸ ਨਹੀਂ ਬਣਾਉਣਾ ਉਸ ਚੀਜ਼ ਨੂੰ। ਬਟ ਹਾਂ, ਲੈਟਰ ਦੇ ਜਿਹੜੇ ਸਟੈਪਸ ਹੈਗੇ ਆ ਉਹ ਬਿਲਕੁਲ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖਣੇ ਆ। ਇੱਕ ਆਪਾਂ ਲੈਫਟ ਹੈਂਡ ਫਾਰਮੈਟ ਲੈਣਾ ਹੈ, ਕਿੱਥੇ ਜਗ੍ਹਾ ਛੱਡਣੀ, ਕਿੱਥੇ ਲਾਈਨ ਛੱਡਣੀ ਹੈ, ਪੈਰੇ ਨਹੀਂ ਬਣਾਣੇ। ਠੀਕ ਹੈ, ਇਹਨਾਂ ਚੀਜ਼ਾਂ ਦਾ ਲੈਫਟ ਹੈਂਡ ਫਾਰਮੈਟ ਦੇ ਵਿੱਚ ਧਿਆਨ ਰੱਖਣਾ ਹੁੰਦਾ ਹੈ। ਸਾਰਾ ਦਾ ਸਾਰਾ ਜਿਹੜਾ ਮਟੀਰੀਅਲ ਹੈ ਤੁਹਾਡਾ ਸਟੇਟਮੈਂਟ ਦੇ ਵਿੱਚੋਂ ਹੀ ਆ ਜਾਂਦਾ ਹੈ। ਸੋ ਥੈਂਕ ਯੂ ਸੋ ਮਚ। ਮੇਰਾ ਖਿਆਲ ਹੈ ਕਿ ਤੁਹਾਨੂੰ ਇਸ ਜਿਹੜੇ ਲੈਕਚਰ ਦੇ ਨਾਲ ਬਹੁਤ ਹੈਲਪ ਮਿਲੇਗੀ। ਔਰ ਮੇਰਾ ਤਾਂ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਜਿਹੜੀ ਕ੍ਰੀਏਟਿਵ ਰਾਈਟਿੰਗ ਹੈਗੀ ਉਹ ਇੱਕ ਜਗ੍ਹਾ ਯੂਜ਼ ਨਹੀਂ ਹੁੰਦੀ। ਜਦੋਂ ਤੁਸੀਂ ਕ੍ਰੀਏਟਿਵ ਰਾਈਟਿੰਗ ਕਰਨ ਲੱਗ ਜਾਂਦੇ ਹੋ ਤਾਂ ਸਭ ਜਗ੍ਹਾ ਯੂਜ਼ ਹੁੰਦੀ ਹੈ। ਤਾਂ ਤੁਸੀਂ ਕੁਝ ਵੀ ਲਿਖ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਕਮਿਊਨੀਕੇਸ਼ਨ ਕਰਨੀ ਹੋਵੇ, ਕਿਸੇ ਵੀ ਤਰ੍ਹਾਂ ਦੀ ਲੈਟਰ, ਈਮੇਲ, ਕੁਝ ਲਿਖਣਾ ਹੋਵੇ, ਯੂ ਕੈਨ ਰਾਈਟ दैट ਈਜ਼ੀਲੀ। ਸੋ ਥੈਂਕ ਯੂ ਵਨਸ ਅਗੇਨ। ਔਰ ਇਸ ਲੈਕਚਰ ਦਾ ਫਾਇਦਾ ਕਦੋਂ ਹੋਣ ਵਾਲਾ ਹੈ? ਜਦੋਂ ਤੁਸੀਂ ਪ੍ਰੈਕਟਿਸ ਕਰੋਗੇ। ਤੁਹਾਡੀ ਗ੍ਰਾਮਰ ਦੇ ਵਿੱਚ ਬਿਲਕੁਲ ਤੁਹਾਡੇ ਕੋਲ ਪ੍ਰੈਕਟਿਸ ਵਾਸਤੇ ਲੈਟਰਸ ਦਿੱਤੀਆਂ ਹੋਈਆਂ, ਯੂ ਸ਼ੁੱਡ ਗੋ ਫॉर दैट ਔਰ ਤਿਆਰੀ ਕਰਨੀ ਚਾਹੀਦੀ ਹੈ। ਥੈਂਕ ਯੂ ਸੋ ਮਚ।